नमस्कार दोस्तों, मैं राजेश अरोड़ा। प्रोग्राम आओ कुछ बात करें। जिस तरह कि ਤੁਸੀਂ ਜਾਣਦੇ ਹੋ कि प्रोग्राम आओ कुछ बात करें ਦੇ ਵਿੱਚ ਅਸੀਂ ਹਰ ਵਾਰ ਇੱਕ ਨਵੀਂ ਸ਼ਖਸੀਅਤ ਨਾਲ ਤੁਹਾਨੂੰ ਮਿਲਾਉਂਦੇ ਹਾਂ। ਸੋ ਅੱਜ ਦੇ ਸਾਡੇ ਮਹਿਮਾਨ ਨੇ ਤਰਸੀਮ ਭੋਲਾ ਜੀ, ਜੋ ਕਿ ਪੂਰਵ ਪਾਰਸ਼ਦ ਨੇ। ਅੱਜ ਇਹਨਾਂ ਨਾਲ ਬੜੀ ਇੱਕ ਮਹੱਤਵਪੂਰਨ ਵਿਸ਼ੇ ਤੇ ਗੱਲ ਹੋਏਗੀ, ਕਿਉਂਕਿ 1 ਸਾਲ ਤੋਂ ਇਹ ਇੰਪਰੂਵਮੈਂਟ ਟਰਸਟ ਦੇ ਵਿੱਚ ਆਰਟੀਆਈ ਨੇ ਪਾਈ ਹੈ, ਲੇਕਿਨ ਕੋਈ ਜਵਾਬ नहीं मिल रहा। एक बहुत महत्वपूर्ण विषय है, इन्होंने गल करांगे। सब तो पहले तो भोला जी स्टूडियो में आते थोड़ा सी स्वागत करते हैं। बहुत बहुत तुहाडा धन्नवाद जिहड़ा तुसीं अपने स्टूडियो में सानूं बुला के ते साडी बेनतियां नूं प्रवान कराउण जी। भोला जी, सानूं जो जानकारी मिली है कि 1 साल हो गया है तुसीं किसी विषय नूं लैके इंप्रूवमेंट ट्रस्ट ਅੰਮ੍ਰਿਤਸਰ ਦੇ ਵਿੱਚ आरटीआई पाई सी। ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ कि वो मामला की है। ਅਸੀਂ ਜੀ 1 ਸਾਲ ਤੋਂ ਵੱਧ ਸਮਾਂ ਹੋ ਗਿਆ। ਅਸੀਂ ਜਾਣਕਾਰੀ ਲੈਣ ਵਾਸਤੇ ਇਹ ਬੜੇ ਚੱਕਰ ਕੱਟੇ ਆ, ਬਹੁਤ ਹੀ ਚਿੱਠੀਆਂ ਪਾਈਆਂ ਨੇ, ਸਾਨੂੰ ਅੱਜ ਤੱਕ ਸਹੀ ਜਾਣਕਾਰੀ ਨਹੀਂ ਮਿਲ ਸਕੀ। ਮਾਮਲਾ ਕੀ ਹੈ? ਮਾਮਲਾ ਜੀ ਇੱਕ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੇ, ਕੈਂਟਰ ਸਰਕਾਰ ਜਿਹਨੂੰ ਅਸੀਂ ਕਹਿੰਦੇ ਆ ਜੀ, ਉਹਨਾਂ ਨੇ ਜਦੋਂ ਚੋਣਾਂ ਸੀ ਕੌਂਸਲਰਾਂ ਦੀਆਂ, ਉਹਨਾਂ ਦੇ ਵਿੱਚ 10-10 ਕਰੋੜ ਰੁਪਇਆ ਦਿੱਤਾ है भी ਅਸੀਂ ਚੋਣਾਂ ਜਿਹੜੀਆਂ ਲੋਕਾਂ ਦੇ ਕੰਮ ਕਰਾਵਾਂਗੇ ਤੇ ਚੋਣਾਂ ਜਿੱਤ ਸਕਾਂਗੇ ਜੀ। ਯਾਨੀ ਕਿ ਤੁਸੀਂ 2017 ਦੇ ਵਿੱਚ ਜਿਹੜੀ ਚੋਣਾਂ ਹੋਈਆਂ ਸੀ ਕਾਰਪੋਰੇਸ਼ਨ ਦੀ, ਉਸ ਤੋਂ ਪਹਿਲੇ ਜਿਹੜੀ ਡਿਵੈਲਪਮੈਂਟ ਹੋਈ ਹੈ, ਉਸ ਡਿਵੈਲਪਮੈਂਟ ਨੂੰ ਦੇ ਮਸਲੇ ਦੇ ਵਿੱਚ ਤੁਸੀਂ ਇੰਪਰੂਵਮੈਂਟ ਟਰਸਟ ਦੇ ਵਿੱਚ ਆਰਟੀਆਈ ਪਾਈ ਸੀ ਜੀ। ਜੀ, ਉਹ ਆਰਟੀਆਈ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸਿਆ ਹੋਇਆ, ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜੀ। ਜਿਹੜੀ ਇਹਨਾਂ ਨੇ ਆਰਟੀਆਈ ਪਾਈ ਸੀ, ਇਹਨਾਂ ਨੇ ਲਿਖਿਆ ਕਿ ਕਾਮਰੇਡ ਤਰਸੇਮ ਸਿੰਘ ਭੋਲਾ, ਸਾਬਕਾ ਕੌਂਸਲਰ, ਪ੍ਰਧਾਨ ਬਹੁਜਨ ਸਮਾਜ ਪਾਰਟੀ ਅੰਮ੍ਰਿਤਸਰ। ਇਹਨਾਂ ਨੇ ਸਭ ਤੋਂ ਪਹਿਲੇ ਲਿਖਿਆ ਕਿ ਮੇਰੇ ਵੱਲੋਂ ਆਰਟੀਆਈ ਨਗਰ ਸੁਧਾਰ ਟਰਸਟ ਅੰਮ੍ਰਿਤਸਰ ਦੇ ਦਫ਼ਤਰ ਵਿੱਚ ਮਿਤੀ 1376 ਮਿਤੀ ਨਹੀਂ ਜੀ, ਨੰਬਰ 1376 ਔਰ ਮਿਤੀ 26/6/2019 ਨਾਲ ਡਾਇਰੀ ਹੋਈ। ਇਹ ਠੀਕ ਹੈ ਜੀ? ਜੀ ਬਿਲਕੁਲ ਠੀਕ ਹੈ ਜੀ। ਜਿਸ ਵਿੱਚ ਨਿਤ ਨੰਬਰ 3 ਜੀ, ਸਾਲ ਜਿਹੜਾ ਤੁਸੀਂ ਦੱਸਿਆ 2017-2018, ਜੋ ਕਿ 16 ਟੈਂਡਰ ਉਹਨਾਂ ਵੱਲੋਂ ਮੰਗੇ ਗਏ ਸੀ। ਉਹ ਕੰਮ ਵੱਖਰੀ ਵਾਰਡ ਦੇ ਕਿਹੜੇ ਇਲਾਕੇ ਵਿੱਚ ਕਰਵਾਏ ਗਏ ਸਨ ਦੀ ਨਕਸ਼ੇ ਸਮੇਤ ਜਾਣਕਾਰੀ ਦਿੱਤੀ ਜਾਵੇ, ਜੋ ਅੱਜ ਤੱਕ ਮੈਨੂੰ ਨਹੀਂ ਦਿੱਤੀ ਗਈ। ਕਿਆ ਠੀਕ ਹੈ ਜੀ? ਇਹ ਬਿਲਕੁਲ ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਲਿਖਦੇ ਹੋ ਕਿ ਜਦ ਕਿ ਅਨੇਕਾਂ ਯਾਦ ਪੱਤਰ ਯਾਨੀ ਕਿ ਰਿਮਾਈਂਡਰ ਵੀ ਤੁਸੀਂ ਪਾਏ ਨੇ, ਲੇਕਿਨ ਦਫ਼ਤਰ ਤੋਂ ਕੁਝ ਵੀ ਜਵਾਬ ਨਹੀਂ ਆਇਆ। ਨਹੀਂ ਜੀ। ਹਰ ਵਾਰ ਤੁਸੀਂ ਲਿਖਦੇ ਹੋ ਕਿ ਆਪ ਨੂੰ ਜਵਾਬ 2 ਦਿਨ ਹਫ਼ਤੇ ਅੰਦਰ ਦੇਣ ਭੇਜਣ ਵਾਸਤੇ ਕਿਹਾ ਜਾਂਦਾ ਸੀ, ਲਿਖਿਆ ਜਾਂਦਾ ਸੀ, ਲੇਕਿਨ ਹਾਲੇ ਤੱਕ 1 ਸਾਲ ਬੀਤ ਗਿਆ, ਤੁਹਾਨੂੰ ਜਵਾਬ ਨਹੀਂ ਆਇਆ। ਨਹੀਂ ਜੀ। ਉਸ ਤੋਂ ਬਾਅਦ ਤੁਸੀਂ ਲਿਖਦੇ ਹੋ ਕਿ ਪਤਾ ਲੱਗਾ ਕਿ 16 ਕੰਮਾਂ ਵਿੱਚੋਂ ਜਿਹੜੇ 16 ਕੰਮ ਤੁਸੀਂ ਜਿਨ੍ਹਾਂ ਕੰਮਾਂ ਦੀ ਡਿਟੇਲ ਮੰਗੀ ਸੀ, ਉਹ 16 ਕੰਮ ਸੀ ਜੀ। ਬਿਲਕੁਲ ਜੀ। ਉਹ 16 ਕੰਮਾਂ 'ਚ ਤੁਸੀਂ ਲਿਖਦੇ ਹੋ ਕਿ 12 ਕੰਮ ਠੇਕੇਦਾਰ ਚਮਨ ਲਾਲ ਐਂਡ ਸੰਸ ਨੂੰ ਅਲਾਟ ਹੋਏ ਸੀ। ਜਦੋਂ ਤੁਹਾਨੂੰ ਜਾਣਕਾਰੀ ਨਹੀਂ ਮਿਲੀ, ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? ਦੇਖੋ ਜੀ, ਕੋਈ ਮੇਰੇ ਸੱਜਣ ਮਿੱਤਰ ਆਉ ਕਿ ਮੈਂ ਉਹਨਾਂ ਦੇ ਕੋਲੋਂ ਜਾਣਕਾਰੀ ਹਾਸਲ ਕੀਤੀ, ਅਟੈਸਟ ਕੀਤੀ ਕਾਪੀ ਹੈ। ਅਟੈਸਟ ਕੀਤੀ ਕਾਪੀ ਹੈ। ਇਹ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਵੱਲੋਂ ਅਟੈਸਟ ਕੀਤੀ ਕਾਪੀ ਹੈ, ਜਿਹਦੇ ਵਿੱਚ ਇਹਨਾਂ ਨੂੰ ਜਾਣਕਾਰੀ ਮਿਲੀ ਕਿ ਉਹ 16 ਕੰਮ ਜਿਹੜੇ ਸੀ ਉਹ ਕਿਹਨੂੰ ਦਿੱਤੇ ਗਏ, ਔਰ ਉਹਦੇ ਵਿੱਚੋਂ ਹੀ ਜਿਹੜੇ 12 ਕੰਮ ਨੇ ਉਹ ਤੁਸੀਂ ਦੱਸ ਰਹੇ ਹੋ ਕਿ ਚਮਨ ਐਂਡ ਸੰਸ ਨੂੰ ਮਿਲੇ। ਹਾਲੇ ਇਹ ਵੀ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਡਿਟੇਲ ਹੈ ਕੰਮਾਂ ਦੀ। ਇਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਕਿ 68,92,000 ਇਹ ਕਿਸ ਠੇਕੇਦਾਰ ਨੂੰ ਮਿਲਿਆ। ਇੱਥੇ ਲਿਖਿਆ ਅਜੇ ਪਾਲਨ ਸੰਸ ਇੱਥੇ ਕੱਟਿਆ ਗਿਆ, ਯਾਨੀ ਕਿ ਚਮਨ ਲਾਲ ਐਂਡ ਸੰਸ ਦੀ ਜਿਹੜੀ ਸਹੀ ਵੱਜੀ ਹੋਈ ਹੈ, ਉਹ ਚਮਨ ਲਾਲ ਐਂਡ ਸੰਸ ਨੂੰ ਕੰਮ ਮਿਲੇ ਨੇ। ਇਹ ਪੂਰੀ ਡਿਟੇਲ ਜਿਹੜੀ ਹੈ ਉਹਦੇ ਵਿੱਚ, ਔਰ ਇਹ ਤੁਹਾਨੂੰ ਇੱਥੇ ਦੱਸ ਦਈਏ ਕਿ ਇਹ ਉਸ ਇਲਾਕੇ ਦੇ ਕੰਮਾਂ ਦੀ ਗੱਲ ਹੋ ਰਹੀ ਹੈ ਜਿਹੜੀ ਕਿ ਸਾਊਥ ਹਲਕੇ ਦੇ ਵਿੱਚ ਹੋਣੇ ਸੀ, ਹਲਕਾ ਸਾਊਥ ਦੇ ਵਿੱਚ ਹੋਣੇ ਸੀ। ਇਹ 16 ਕੰਮ ਸਾਊਥ ਹਲਕੇ ਦੇ ਵਿੱਚ ਹੋਣੇ ਸੀ, ਜਿਨ੍ਹਾਂ 'ਚੋਂ 12 ਜਿਹੜੇ ਕੰਮ ਹੈ ਉਹ ਇੱਕੋ ਠੇਕੇਦਾਰ ਚਮਨ ਐਂਡ ਸੰਸ ਨੂੰ ਦਿੱਤੇ ਗਏ ਸੀ। ਅਸੀਂ ਉਸ ਵਿਸ਼ੇ ਦੇ ਉੱਤੇ ਗੱਲ ਕਰ ਰਹੇ ਹਾਂ। ਉਸ ਤੋਂ ਬਾਅਦ ਤੁਸੀਂ ਭੋਲਾ ਜੀ ਲਿਖਦੇ ਹੋ ਕਿ ਪਤਾ ਲੱਗਾ ਵੱਧ ਸੇਵਿੰਗ ਭਰਨ ਵਾਲੇ ਠੇਕੇਦਾਰ ਨੂੰ ਅਲਾਟਮੈਂਟ ਪੱਤਰ ਜਾਰੀ ਕਰਨ ਤੋਂ ਪਹਿਲਾਂ ਮਹਿਕਮੇ ਵੱਲੋਂ ਬੈਂਕ ਗਰੰਟੀ ਨਵੰਬਰ 2017 ਨੂੰ ਲੈਣੀ ਬੰਦੀ ਸੀ, ਜੋ ਕਿ ਨਵੰਬਰ 2019 ਨੂੰ ਠੇਕੇਦਾਰ ਵੱਲੋਂ ਮਹਿਕਮੇ ਨੂੰ ਪੇਸ਼ ਕੀਤੀ ਗਈ। ਉਸ ਬੈਂਕ ਗਰੰਟੀ ਤੇ ਬੈਂਕ ਦੀ ਕਿਸੇ ਵੀ ਬ੍ਰਾਂਚ ਦਾ ਨਾਂ ਨਹੀਂ। ਇੰਜ ਜਾਪਦਾ ਹੈ ਕਿ ਇਹ ਜਾਲੀ ਹੈ। ਬਿਲਕੁਲ ਜੀ, ਇਹ ਮੇਰੀ बैंक गारंटी है, किसी भी ब्रांच की मोहर नहीं है।
मैं देख रहा जी, बकायदा लिखा हुआ है पंजाब एंड सिंध बैंक, पंजाब एंड सिंध बैंक। बैंक का नाम तो इतने मैंशन है लेकिन ब्रांच किते भी नहीं है, यानी कि तुहानू ऐसा लगता है कि यह बैंक गारंटी जी तुहाडे लिखे अनुसार कि 2017 काम अलाट वेले मिलनी चाहिए सी, वो 2019 नूं यह बैंक गारंटी महकमे नूं दित्ती गई, वो भी ब्रांच मैंशन नहीं की गई। यही कहना चाहते हो? बिल्कुल जी। यानी कि तुहानू जापदा है कि यह बैंक गारंटी भी जाली है? बिल्कुल जी, जाली है जी। उस तो बाद तुसीं चौथा प्रश्न लिखते हो, सवाल यह पैदा होता है कि बैंक गारंटी तो बगैर ठेकेदार नूं काम किवें निगरान इंजीनियर कार्यकारी इंजीनियर वालों किवें अलाट किए गए काम, यानी कि तुसीं उन्होंने कोलों जानना चाहया कि बैंक गारंटी तो बगैर तुसीं काम किस तरह अलाट किए, उन्हां दी पेमेंट किदां कीती जी। तुसीं उस तो बाद तुसीं लिख दो, मैं तुहाडी सारी चिट्ठी एक बारी पढ़ना चाहना जी। तुसीं ये 4 सवाल किए हुण तक, उस तो बाद तुसीं सवाल करते हो जिहड़े कि तुसीं आरटीआई के थ्रू महकमे कोलों मंगे ने, मैं उन्हां सवालों का जिक्र कर रहा हां। अगला सवाल है, जूनीयर इंजीनियर वालों बैंक गारंटी के बिना ठेकेदार के 12 कामां दे बिल्लां नूं किवें MB मेजरमेंट बुक, मेरा ख्याल इहनूं कहंदे ने MB नूं, MB दे विच दर्ज किवें कीते गए, यानी कि मेजरमेंट बुक से 12 कामां दी जिहड़ी है उहनूं दर्ज किस तरह किया गया, यही कहना चाह रहे हो? बिल्कुल जी। उस तो बाद तुसीं लिखदे हो, सहायक इंजीनियर ने इन्हां बिल्लां दी किवें C&B कीती। ये कोई महकमे का जरूर कोई C&B को चेक करने का मामला होएगा या बैलेंस का कोई मामला होएगा, महकमा चंगी तरह जानता है कि C&B किस तरह की गई। अगला सवाल तुसीं कर रहे हो, कार्यकारी इंजीनियर वालों इन्हां कामां दे बिल्लां दी बैंक गारंटी चेक करनी जरूरी नहीं सी, यानी कि तुहाडे मुताबिक वो बैंक गारंटी जिहड़े कार्यकारी इंजीनियर सी उन्होंने चेक करनी चाहिए? बिल्कुल करनी चाहिए। और उस तो अलावा तुसीं लिखदे हो कि अते उसने बिना बैंक गारंटी चेक कीते किवें लेखा शाखा नूं बिल भेजे। बड़ा वधिया सवाल कीता तुसीं। उस तो बाद तुसीं लिखदे हो, लेखा शाखा ने बिल्लां विच की चेक कीता अते निगरान इंजीनियर नूं मंजूरी किवें भेजी। उस तो बाद तुसीं लिखदे हो कि निगरान इंजीनियर ने इन्हां कामां दे बिल्लां दी बैंक गारंटी तो बगैर अदायगी दी मानयोग चेयरमैन नूं प्रवानगी लई किवें भेज दिता, यानी कि किते ना किते इस सवाल एक सवाल होर पैदा होंदा है कि जदों चेयरमैन साहब नूं इन्हां अदायगी लई भेजा जांदा है ते उन्हां नूं भी शायद गुमराह किया जा रहा है, उन्हां नूं नहीं दस्सिया जा रहा कि इहदी चैकिंग हुई है कि नहीं हुई। किते ना किते तुहाडे एक्सप्रेशन च यह भी संकेत मिलते हैं कि चेयरमैन साहब नूं भी गुमराह किया गया। अगे तुसीं लिखदे हो जी, RI ਵੱਲੋਂ इन्हां कामां दे बिल्लां दी बैंक गारंटी चेक कीते बगैर किवें मंजूरी दित्ती। उस तो बाद तुसीं लिखदे हो, RI ने बिल्लां नूं किवें मंजूर करके ठेकेदार नूं अदायगी दा चेक कट्टण लई भेजे ते कारज साधक अफसर, जिन्हों असीं EO कहने हैं जी, कारज साधक अफसर का मतलब इत्थे EO है, EO ਵੱਲੋਂ बिना बैंक गारंटी चेक कीते ठेकेदार नूं चेक किवें जारी कर दिते गए। तुहाडे सारे ही सवाल ये बड़े महत्वपूर्ण ने, लेकिन अफसोस कि तुहानू किसी भी सवाल का 1 साल तो जवाब नहीं मिलेगा। बार बार RTI पान दे उन्होंने याद पत्र रिमाइंडर देने के बाद भी तुहानू 1 साल तो जवाब नहीं मिल रहा। नहीं जी, आज तक नहीं मैंने जवाब दिता। तुसी भोला जी की चाहते हो कि ये जिहड़े अच्छा एक चीज़ होर तुसी मैनूं याद आ गया, तुसी दस रहे सी मैनूं कि 16 ਦੇ ਵਿੱਚੋਂ ਜਿਹੜੇ ਕੰਮ ਦਿੱਤੇ ਗਏ ਸੀ ਉਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਨਹੀਂ ਤੁਹਾਡੇ ਕੋਲ ਇੱਥੇ ਕਿੱਥੇ ਗਿਆ ਆਇਆ ਵਾਲਾ ਇੱਕ ਇਹਨਾਂ ਦਾ ਹੋਰ ਕਹਿਣਾ ਹੈ ਜੀ, ਜਿਹੜੇ 16 ਕੰਮ ਦੇ ਵਿੱਚੋਂ 12 ਕੰਮ ਦਿੱਤੇ ਗਏ ਸੀ। ਹੁਣ ਭੋਲਾ ਜੀ ਇਹ ਦੱਸੋ ਕਿ ਤੁਸੀਂ ਚਾਹੁੰਦੇ ਕੀ ਹੋ, ਜਿਸ ਤਰ੍ਹਾਂ ਕਿ ਇੰਪਰੂਵਮੈਂਟ ਵਾਸਤੇ ਤੁਹਾਨੂੰ ਇਹਨਾਂ ਦੀ RTI ਦੇ ਜਵਾਬ ਨਹੀਂ ਦੇ ਰਹੀ ਤੇ ਤੁਸੀਂ ਕੀ ਮੰਗ ਰੱਖਦੇ ਹੋ, ਕੀ ਚਾਹੁੰਦੇ ਹੋ ਤੁਸੀਂ? ਅਸੀਂ ਸਭ ਤੋਂ ਪਹਿਲਾਂ ਤੁਹਾਡੇ ਮਾਧਿਅਮ ਤੋਂ ਅਸੀਂ ਕਹਿੰਦੇ ਹਾਂ ਕਿ ਇਨਕੁਆਇਰੀ ਹੋ ਜਾਵੇ, ਜਲਦੀ ਇਨਕੁਆਇਰੀ ਹੋਵੇ ਤੇ ਜਿਹੜੇ ਸੀਟ ਤੇ ਬੈਠੇ ਆ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤਾਂ ਕਿ ਜੇ ਇਹ ਇਨਕੁਆਇਰੀ ਜਿਹੜੀ ਆ ਫਾਈਨਲ ਹੋ ਸਕੇ ਤੇ ਇਹਨਾਂ ਨੂੰ ਜਿਹੜਾ ਬਣਦੀ ਕਾਰਵਾਈ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ। यानी कि जिन्होंने लोगों ने तुहानू हाले तक तुहाडे जवाब नहीं दिते और इस तरह ये तुहाडे सवालों तो लगता है कि जवाब ना देने का कारण किते ना किते मिली पकड़ और ठेकेदार की जिहड़ी पकड़ है विभाग दे विच वो कितनी ज़्यादा है कि एडे महत्वपूर्ण सवाल जिहड़े कि लोगों के
ਪੈਸੇ ਨੂੰ ਦੁਰਉਪਯੋਗ ਕਰਨ ਦੇ ਮਾਮਲੇ 'ਚ ਉਠਾਏ ਗਏ ਸੀ, ਉਹਨਾਂ ਦੇ ਜਵਾਬ ਨਹੀਂ ਦਿੱਤੇ ਗਏ। ਸਭ ਤੋਂ ਪਹਿਲੇ ਤੁਸੀਂ ਚਾਹੁੰਦੇ ਕਿ ਉਹਨਾਂ ਅਫਸਰਾਂ ਨੂੰ ਜਿਨ੍ਹਾਂ ਦੀ ਮਿਲੀ ਭਗਤ ਹੈ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤਾਂ ਕਿ ਨਿਸ਼ਪਕਸ਼ ਜਾਂਚ ਜਿਹੜੀ ਆ ਹੋ ਸਕੇ। ਤੇ ਅਗਰ ਭੋਲਾ ਜੀ ਜਿਸ ਤਰ੍ਹਾਂ ਤੁਹਾਨੂੰ ਨਹੀਂ ਇਹ ਜਿਹੜਾ ਵਿਭਾਗ ਹੈ ਤੁਹਾਡੀ ਇਹਦੇ ਉੱਤੇ ਕਾਰਵਾਈ ਕਰਦਾ, ਕਿਆ ਤੁਸੀਂ ਇਹਨੂੰ ਲੈ ਕੇ ਕੋਰਟ ਦਾ ਸਹਾਰਾ ਵੀ ਲਵੋਗੇ? ਦੇਖੋ ਜੀ, ਅਸੀਂ ਜਿਹੜੀ ਗੱਲ ਕਰ ਰਹੇ ਹਾਂ, ਹੋਰ ਸਾਨੂੰ ਇਹਨਾਂ ਨੇ ਮਹੀਨੇ ਤੱਕ ਜਾਂ ਲੋਕਡਾਊਨ ਖੁੱਲ੍ਹਦਾ ਤੇ ਅਸੀਂ 1 ਮਹੀਨੇ ਤੱਕ ਇਹਨਾਂ ਸਾਨੂੰ ਇਹਦੇ ਪ੍ਰੋਪਰ ਸਾਨੂੰ ਜਵਾਬ ਨਾ ਦਿੱਤੇ ਗਏ, ਨਾ ਕੋਈ ਕਾਰਵਾਈ ਕੀਤੀ ਗਈ, ਤੇ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਏਗਾ ਜੀ। दोस्तों, बहुत महत्वपूर्ण इशू सी, लेकिन अफसोस कि इंप्रूवमेंट ट्रस्ट जिहड़ा है वो ਇਹਦੇ ਵੱਲ बिल्कुल ध्यान नहीं दे रहा। मैं दोबारा ਤੁਹਾਨੂੰ ਦੱਸਣਾ ਚਾਹੁੰਦਾ ਵਾਂ कि ਜਿਹੜੇ 10 ਕਰੋੜ ਰੁਪਏ ਦੇ ਕੰਮ 12 ਕੰਮਾਂ ਦੇ ਰੂਪ ਦੇ ਵਿੱਚ ਚਮਨ ਐਂਡ ਸੰਸ ਦੇ ਮਾਲਕ ਨੂੰ ਦਿੱਤੇ ਗਏ, ਉਹਨਾਂ ਦਾ ਜਿਹੜਾ ਵੇਰਵਾ ਹੈ ਕਿ ਕੰਮ ਕਿਸ ਤਰ੍ਹਾਂ ਹੋਇਆ, ਕਿੱਥੇ ਕਿੱਥੇ ਕਿੰਨਾ ਕਿੰਨਾ ਕੰਮ ਹੋਇਆ, ਉਹਦਾ ਵੇਰਵਾ, ਔਰ ਜਿਹੜੇ ਸਵਾਲ ਇਹਨਾਂ ਨੇ ਚੁੱਕੇ ਨੇ ਕਿ ਉਹਦੇ ਵਿੱਚ ਲਾਪਰਵਾਹੀਆਂ ਜਾਂ ਬੈਂਕ ਗਰੰਟੀ ਜੇ ਹੈਗੀ ਸੀ, ਉਹ ਬੈਂਕ ਗਰੰਟੀ ਹੀ ਨਹੀਂ ਲਿੱਤੀ ਗਈ ਤੇ ਕੰਮ ਅਲਾਟ ਹੋ ਗਿਆ। ਕੰਮ ਅਲਾਟ ਹੀ ਨਹੀਂ ਹੋ ਗਿਆ, ਪੇਮੈਂਟ ਵੀ ਹੋ ਗਈ। ਔਰ ਜਦੋਂ ਇਸ ਗੱਲ ਦਾ ਆਨਣ ਫਾਨਣ ਦੇ ਵਿੱਚ ਇਹਦੀ ਆਵਾਜ਼ ਉੱਠੀ ਤੇ ਬੈਂਕ ਗਰੰਟੀ, ਜਿਸ ਤਰ੍ਹਾਂ ਕਿ ਭੋਲਾ ਜੀ ਨੇ ਦੱਸਿਆ, ਇਹ ਬੈਂਕ ਗਰੰਟੀ ਹੈ, ਉਹਦੇ ਵਿੱਚ ਜਿਹੜਾ ਹੈ ਉਹ ਬੈਂਕ ਦਾ ਨਾਮ ਤੇ ਹੈ पंजाब एंड सिंध बैंक है, मेरे ख्याल पंजाब एंड सिंध बैंक, लेकिन वो ब्रांच मैंशन नहीं, यानी कि किते ना किते यह शंका पैदा होती है, यह संदेह पैदा होता है कि यह बैंक गारंटी भी नकली हो सकती है, जो इन्हों का आरोप है। लेकिन बड़ी अजीब गल है कि एक RTI का 1 साल तो जवाब ही नहीं मिल रहा। क्या पारदर्शिता इस तरह तुसीं कह सकते कामां दे विच हैगी है? बड़ा वड्डा सवाल है। इत्ते पंजाब सरकार नूं खासकर इंप्रूवमेंट ट्रस्ट के चेयरमैन को भी ध्यान देना चाहिए कि उन्होंने देख रेख थले 1 साल तो जेकर किसी के सवालों का जवाब ही नहीं मिल रहा तो असी पारदर्शिता की गल किहड़े दावे ना कर रहे हैं। सो मैं इन्हां गल्लां दे नाल ही इस जिहड़ी मुलाकात नूं समाप्त करन जा रहा। मैं जल्द ही एक नवी शख्सियत नाल फिर हाजिर होवांगा। तब तक लई इजाजत दिओ। नमस्कार।